ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਛਤਰ ਦੇ ਮਾਲਕ, ਲੋਕ ਪਰਲੋਕ ਸਹਾਏ, ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਅੱਖਰੀ ਵਿਚਾਰ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਗੁਰੂ ਨਾਨਕ ਦੀ ਪੰਜਵੀਂ ਜੋਤ, ਪੰਚਮ ਪਾਤਸ਼ਾਹ, ਪੰਜਵਾਂ ਜਾਮਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ, ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਜੈਤ ਸਰੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਅੰਗ 709 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਹੈ। ਸੰਤ ਉਦਰਨ ਦਇਆਲੰ ਆਸਰੰਗ ਗੋਪਾਲ ਕੀਰਤਨ ਹੈ। ਸੰਤ ਉਦਰਨ, ਸੰਤਾਂ ਨੂੰ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ। ਦਇਆਲੰਗ, ਦਇਆਲ ਪ੍ਰਭੂ। ਆਸਰੰਗ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਗੋਪਾਲ ਦੇ ਕੀਰਤਨ ਦਾ ਆਸਰਾ ਹੈ, ਸਹਾਰਾ ਹੈ, ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੈ। ਸੰਤ ਕੌਣ ਹੁੰਦਾ ਸਾਧ ਸੰਗਤ ਜੀ? ਸੰਤ ਉਸ ਮਨੁੱਖ ਨੂੰ, ਉਸ ਜੀਵ ਨੂੰ ਆਖਦੇ ਨੇ ਜਿਸ ਨੇ ਮਨ ਇੰਦਰੀਆਂ ਨੂੰ ਵਸ ਕਰ ਲਿਆ ਹੋਵੇ, ਸ਼ਾਂਤ ਕਰ ਲਿਆ ਹੋਵੇ, ਸੰਤੁਸ਼ਟ ਕਰ ਲਿਆ ਹੋਵੇ। ਭਾਈ ਰੇ ਸੰਤ ਜਨਾ ਕੀ ਰੇਨ, ਸੰਤ ਸਭਾ ਗੁਰ ਪਾਈਐ, ਮੁਕਤ ਪਦਾਰਥ ਤੇਨ। ਹਰ ਧਿਆਵਹੁ ਸੰਤੋ ਜੀ, ਸਭ ਦੁਖ ਵਿਸਾਰਨ ਹਾਰਾ। ਸੰਤਾ ਸੰਗਤ ਮਿਲ ਰਹੇ, ਜਪ ਰਾਮ ਨਾਮ ਸੁਖ ਪਾਏ। ਸੰਤਾ ਸੇਤੀ ਰੰਗ ਲਾਵੇ। ਸੰਤ ਉਹ ਆ ਸਾਧ ਸੰਗਤ ਜੀ ਜਿਸ ਨੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਦੇ ਨਾਲ ਮਨ ਨੂੰ, ਇੰਦਰੀਆਂ ਨੂੰ ਸ਼ਾਂਤ ਸੰਤੁਸ਼ਟ ਕੀਤਾ ਹੋਇਆ ਹੈ। ਗੋਪਾਲ ਕੀ ਹੈ? ਜਗਤ ਦਾ ਪਾਲਕ ਪ੍ਰਭੂ, ਜਿਸ ਜਨਮ ਮਰਨ ਕਾ ਭਉ ਗਿਆ, ਭਾਉ ਭਗਤ ਗੋਪਾਲ, ਜਿਨ੍ਹਾਂ ਨੇ ਗੋਪਾਲ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ ਹੈ। ਕਹਿਣ ਤੋਂ ਭਾਵ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਇਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ।
ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਏ ਸਾਧ ਸੰਗਤ ਜੀ ਮਾਲਕ ਅਕਾਲ ਪੁਰਖ ਵਾਹਿਗੁਰੂ ਉਹਨਾਂ ਮਨੁੱਖਾਂ ਨੂੰ, ਉਹਨਾਂ ਜੀਵਾਂ ਨੂੰ ਜਿਹੜੇ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ। ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ। ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ। ਸੰਤ ਸੰਗੇਨ ਉਹਨਾਂ ਸੰਤਾਂ ਦੀ ਸੰਗਤ ਕੀਤਿਆਂ, ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ ਹੈ। ਹੇ ਨਾਨਕ ਤੂੰ ਵੀ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ। ਸੰਗੇਨ ਕਹਿੰਦੇ ਨੇ ਸੰਗਤ ਦੇ ਵਿੱਚ, ਨਿਰਮਲੰਗ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਹੈ। ਸੰਤ ਕੌਣ? ਸੰਤ ਸੰਗੇਨ ਸੰਤਾਂ ਦੀ ਸੰਗਤ ਕੀਤੇ ਆ। ਸੰਤਾਂ ਸੇਤੀ ਰੰਗ ਨਾ ਲਾਏ ਭਾਵ, ਸੰਤੈ ਸੰਗ ਬੈਸ ਗੁਣ ਗਾਏ। ਮਨ ਦੇਵਾ ਸੰਤਾ ਮੇਰਾ ਪ੍ਰਭ ਮਿਲੈ ਜੀਓ। ਸੰਤਾ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ। ਭਾਗ ਹੋਆ ਗੁਰ ਸੰਤ ਮਿਲਾਇਆ, ਕੋਈ ਸੱਜਣ ਸੰਤ ਮਿਲੈ ਵਡ ਭਾਗੀ। ਮੈਂ ਹਰ ਪ੍ਰਭ ਦੱਸੈ ਪਿਆਰਾ, ਪ੍ਰਭ ਪਿਆਰਾ ਦੱਸੈ ਜੀਓ। ਸੰਤਾਂ ਦੀ ਸੰਗਤ ਕੀਤਿਆਂ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਬਖਸ਼ਿਸ਼ ਦੇ ਨਾਲ ਪਵਿੱਤਰ ਹੋ ਜਾਈਦਾ ਏ। ਹੇ ਨਾਨਕ ਤੂੰ ਵੀ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ। ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਕਰ। ਸਾਜਨ ਐਸੋ ਸੰਤ ਸਹਾਈ, ਸੰਤੈ ਸੰਤ ਮਿਲੈ ਮਨ ਬਿਗਸੇ। ਜਿਉ ਜਲ ਮਿਲ ਕਮਲ ਸਵਾਰੇ। ਪਰਮੇਸ਼ਰ ਦਾ ਪੱਲਾ ਫੜਨਾ ਹੈ ਕਿਸ ਦੀ ਸੰਗਤ ਵਿੱਚ ਰਹਿ ਕੇ? ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ। ਕਿਉਂ? ਕਿਉਂਕਿ ਉਹਨਾਂ ਸੰਗਤਾਂ ਦੀ, ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ ਹੈ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ। ਸਰਦ ਰੁੱਤ ਕਹਿੰਦੇ ਨੇ ਠੰਡੀ ਰੁੱਤ ਨੂੰ। ਕਾਮ ਮਨ ਦੀ ਤਪਸ਼। ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ, ਚਾਹੇ ਚੰਦਰਮਾ ਦੀ ਚਾਨਣੀ ਹੋਵੇ, ਤੇ ਭਾਵੇਂ ਠੰਡੀ ਰੁੱਤ ਹੋਵੇ, ਇਹਨਾਂ ਦੇ ਰਾਹੀਂ ਮਨ ਦੀ ਤਪਸ਼ ਉੱਕਾ ਹੀ ਨਹੀਂ ਮਿਟ ਸਕਦੀ। ਇਹਨਾਂ ਦੇ ਰਾਹੀਂ ਮਨ ਦੀ ਤਪਸ਼ ਉੱਕਾ ਨਹੀਂ ਮਿਟ ਸਕਦੀ। ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ, ਚੰਦਰਮਾ ਦੀ ਚਾਨਣੀ ਹੋਵੇ, ਤੇ ਭਾਵੇਂ ਠੰਡੀ ਰੁੱਤ ਹੋਵੇ, ਇਹਨਾਂ ਸਭ ਦੇ ਨਾਲ ਮਨ ਦੀ ਤਪਸ਼ ਉੱਕਾ ਨਹੀਂ ਮਿਟ ਸਕਦੀ। ਸਾਧ ਸੰਗਤ ਜੀ ਸਮਝਣ ਦਾ ਯਤਨ ਕਰਿਓ। ਹੁਣ ਚੰਦਨ ਚੰਦ ਨਾ ਸਰਦ ਰੁੱਤ, ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ। ਸਾਧ ਸੰਗਤ ਜੀ ਚੰਦਨ ਨੂੰ ਪੀਸ ਕੇ ਉਸ ਦਾ ਮਿਕਸਚਰ ਤਿਆਰ ਕਰਕੇ ਪੂਰੀ ਬਾਡੀ ਦੇ ਉੱਪਰ ਲਾਉਣ ਦੇ ਨਾਲ ਠੰਡਕ ਮਹਿਸੂਸ ਹੁੰਦੀ ਹੈ। ਬਾਹਰੀ ਤੌਰ 'ਤੇ ਹੁੰਦੀ ਹੈ। ਸਰੀਰ ਦਾ ਟੈਂਪਰੇਚਰ ਹੈ ਉਹ ਨਾਰਮਲ ਹੋ ਜਾਂਦਾ, ਘਟ ਜਾਂਦਾ ਹੈ। ਅਤੇ ਜੇਕਰ ਚੰਦਰਮਾ ਦੀ ਚਾਨਣੀ ਹੋਵੇ, ਭਾਵ ਠੰਡੀ ਰਾਤ ਹੋਵੇ, ਤਰੇਲ ਪੈ ਰਹੀ ਹੋਵੇ, ਉਹ ਵੀ ਸਰੀਰ ਦੇ ਉੱਤੇ ਅਸਰ ਕਰੇਗੀ। ਬਾਡੀ ਆਪਣੀ ਠਰਨੀ ਸ਼ੁਰੂ ਹੋ ਜਾਵੇਗੀ। ਅਤੇ ਭਾਵੇਂ ਸਰਦ ਰੁੱਤ ਹੋਵੇ, ਸਰਦ ਰੁੱਤ ਪੋਹ ਦਾ ਮਹੀਨਾ ਹੋਵੇ, ਠੰਡੀ ਰੁੱਤ ਹੋਵੇ, ਕੋਹਰਾ ਪਿਆ ਹੋਵੇ, ਧੁੰਦ ਪਈ ਹੋਵੇ, ਹਵਾ ਚੱਲ ਰਹੀ ਹੋਵੇ, ਇਹਨਾਂ ਦੇ ਨਾਲ ਸਰੀਰੀ ਤੌਰ 'ਤੇ, ਜਿਹੜਾ ਸਰੀਰਕ ਤੌਰ 'ਤੇ ਜੋ ਸਾਡੀ ਹਿਊਮਨ ਬਾਡੀ ਹੈ, ਜੋ ਸਰੀਰ ਹੈ, ਇਸ ਦਾ ਟੈਂਪਰੇਚਰ ਘਟ ਜਾਏਗਾ। ਇਹ ਕੰਬੇਗੀ, ਠੰਡ ਮਹਿਸੂਸ ਹੋਵੇਗੀ। ਪਰ ਜੋ ਅੰਦਰ ਮਨ ਦੇ ਵਿੱਚ ਤਪਸ਼ ਹੈ ਉਹ ਉੱਕਾ ਨਹੀਂ ਮਿਟ ਸਕਦੀ। ਜੋ ਮਨ ਦੇ ਵਿੱਚ ਤਪਸ਼ ਹੈ ਨਾ, ਜੋ ਕਾਮ ਹੈ, ਕਾਮ ਕਹਿੰਦੇ ਨੇ ਮਨ ਦੀ ਤਪਸ਼ ਨੂੰ, ਉਹ ਉੱਕਾ ਨਹੀਂ ਮਿਟ ਸਕਦੀ। ਮਿਟਾਈ ਭਾਵ ਮਿਟ ਨਹੀਂ ਸਕਦੀ, ਖਤਮ ਨਹੀਂ ਹੋ ਸਕਦੀ, ਦੂਰ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਉਹ ਹਿਰਦੇ ਘਰ ਦੇ ਵਿੱਚ ਹੈ, ਉਹ ਸਰੀਰ ਦੇ ਉੱਤੇ ਨਹੀਂ। ਸਰੀਰ ਠੰਡਾ ਹੋ ਜਾਵੇਗਾ ਤਿੰਨਾਂ ਚੀਜ਼ਾਂ ਦੇ ਨਾਲ। ਸਰੀਰ ਠੰਡਾ ਹੋ ਜਾਵੇਗਾ ਤਿੰਨਾਂ ਚੀਜ਼ਾਂ ਦੇ ਨਾਲ, ਪਰ ਮਨ ਦੀ ਤਪਸ਼ ਉੱਕਾ ਨਹੀਂ ਮਿਟ ਸਕਦੀ। ਲੇਖ ਨਾ ਮਿਟਾਈ ਪੂਰਬ ਕਮਾਇਆ, ਕਿਆ ਜਾਣਾ ਕਿਆ ਹੋਸੀ।
ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਤੁਰ ਲਿਖਿਆ ਸੋ ਮਿਟੇ ਨਾ ਮਿਟੀਏ। ਤਾਂ ਫਿਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਅਗਲੀ ਪੰਕਤੀ ਦੇ ਅੰਦਰ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਭਾਈ ਜੇਕਰ ਇਹ ਤਿੰਨੇ ਕੰਮ ਕੀਤਿਆਂ ਮਨ ਦੀ ਤਪਸ਼ ਨਹੀਂ ਮਿਟਦੀ ਤਾਂ ਕਿਸ ਤਰ੍ਹਾਂ ਮਿਟੇਗੀ। ਫਿਰ ਅਗਲੀ ਪੰਕਤੀ ਦੇ ਅੰਦਰ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਆ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੁਣ ਸਮਝਣ ਦਾ ਯਤਨ ਕਰਿਓ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸੀਤਲ ਕਹਿੰਦੇ ਨੇ ਸ਼ਾਂਤ ਠੰਡਾ। ਹੇ ਨਾਨਕ, ਪ੍ਰਭੂ ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ। ਉਸ ਮਾਲਕ ਦੀ ਅਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਸਿਫਤ ਸਲਾਹ ਸੇਵਾ ਸਿਮਰਨ ਕੀਤਿਆਂ ਹੀ ਮਨੁੱਖ ਦਾ ਮਨ ਆ ਜਿਹੜਾ ਉਹ ਸ਼ਾਂਤ ਹੁੰਦਾ ਹੈ, ਠੰਡਾ ਹੁੰਦਾ ਹੈ। ਪੌੜੀ ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਚਰਨ ਕਮਲ ਕੀ ਓਟ ਉਦਰੈ ਸਗਲ ਜਨ। ਚਰਨ ਕਮਲ ਕੀ ਓਟ ਤੋਂ ਭਾਵ ਓਟ ਕਹਿੰਦੇ ਨੇ ਆਸਰੇ ਨੂੰ, ਸਗਲ ਸਾਰੇ ਜਨ ਮਨੁੱਖ। ਚਰਨ ਕਮਲ ਕੌਲ ਫੁੱਲ, ਚਰਨ ਕਮਲ ਕੌਲ ਫੁੱਲਾਂ ਵਰਗੇ ਚਰਨ। ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੀ ਤਪਸ਼ ਤੋਂ ਬਚ ਜਾਂਦੇ ਨੇ। ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਜੀਵ ਦੁਨੀਆ ਦੀ ਤਪਸ਼ ਤੋਂ ਬਚ ਜਾਂਦੇ ਨੇ। ਉਧਰੇ ਤੋਂ ਭਾਵ ਬਚ ਗਏ, ਉਧਰੇ ਬਚ ਗਏ। ਸਗਲ ਜਨ ਸਾਰੇ ਕਿਸ ਦੇ ਨਾਲ? ਚਰਨ ਕਮਲ ਕੀ ਓਟ ਦੇ ਨਾਲ। ਕਮਲ ਕਹਿੰਦੇ ਨੇ ਕਮਲ ਦੇ ਫੁੱਲ ਨੂੰ, ਤੇ ਓਟ ਕਹਿੰਦੇ ਨੇ ਸਹਾਰਾ ਪਨਾਹ ਆਸਰਾ। ਸਾਸ ਸਾਸ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਨਾ ਜੀਓ। ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਹੀ। ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੀ ਤਪਸ਼ ਤੋਂ ਬਚ ਜਾਂਦੇ ਨੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਰਹਿਮਤ ਬਖਸ਼ਿਸ਼ ਦੇ ਨਾਲ। ਸੁਨ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਸੁਨ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਪ੍ਰਤਾਪ ਕਹਿੰਦੇ ਨੇ ਵਡਿਆਈ ਨੂੰ, ਨਿਰਭਉ ਨਿਡਰ। ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿਡਰ ਹੋ ਜਾਂਦੇ ਹਨ। ਕਿਸ ਦੀ ਵਡਿਆਈ ਸੁਣ ਕੇ? ਗੋਬਿੰਦ ਦੀ, ਮਾਲਕ ਦੀ, ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿਡਰ ਹੋ ਜਾਂਦੇ ਹਨ। ਟੋਟ ਨ ਆਵੈ ਮੂਲ ਸੰਚਿਆ ਨਾਮ ਧਨ। ਟੋਟ ਨ ਆਵੈ ਮੂਲ ਸੰਚਿਆ ਨਾਮ ਧਨ। ਟੋਟ ਕਹਿੰਦੇ ਨੇ ਟੋਟੇ ਨੂੰ, ਕਮੀ ਨੂੰ, ਘਾਟਾ ਨਾ ਮੂਲ ਕਦੇ ਵੀ ਨਹੀਂ ਸੰਚਿਆ, ਇਕੱਠਾ ਕੀਤਾ। ਉਹ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਨੇ ਤੇ ਉਸ ਧਨ ਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ। ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਨੇ, ਉਸ ਧਨ ਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ। ਧਨ ਕੀ ਹੈ? ਜੋ ਆਪਾਂ ਆ ਨੋਰਮਲ ਤੌਰ ਤੇ ਮਾਇਆ ਵਰਤਦੇ ਹਾਂ, ਤੇ ਨਾਮ ਪਵਿੱਤਰ ਸ਼ਬਦ ਪ੍ਰਭੂ ਦਾ। ਐਸਾ ਨਾਮ ਨਿਰੰਜਨ ਹੋਏ ਨਾਨਕ ਨਾਮ, ਨਾਮ ਜਪ ਜਪਿਆ ਅੰਤਰ ਬਾਹਰ ਰੰਗ। ਨਾਮੋ ਹੀ ਇਸ ਮਨ ਕਾ ਆਧਾਰ, ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ। ਦੁੱਖ ਸੰਤਾਪ ਨਾ ਲੱਗਾਈ ਜਿਸ ਹਰ ਕਾ ਨਾਮ ਆਧਾਰ। ਹੁਣ ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ, ਨਾਮ ਦੀ ਮਹਿਮਾ ਕਿਤਨੀ ਹੈ। ਟੋਟਾ ਮੂਲ ਨਾ ਟੋਟ ਨਾ ਆਵਈ ਮੂਲ।
ਟੋਟ ਕਹਿੰਦੇ ਨੇ ਕਮੀ ਨੂੰ ਘਾਟੇ ਨੂੰ ਨਾ ਮੂਲ ਕਦੇ ਵੀ ਨਹੀਂ ਸੰਚਾ ਇਕੱਠਾ ਕੀਤਾ। ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਨੇ ਤੇ ਉਸ ਧਨ ਵਿੱਚ ਕਦੇ ਘਾਟਾ ਨਹੀਂ ਪੈਂਦਾ। ਦੁਨਿਆਵੀ ਤੌਰ ਤੇ ਵੀ ਆਪਾਂ ਧਨ ਜੋੜਦੇ ਹਾਂ, ਜਿਹੜਾ ਮਾਇਆ ਦਾ ਰੂਪ ਹੈ, ਮਾਇਆ ਹੈ ਜਾਂ ਜ਼ਮੀਨ ਜਾਇਦਾਦ ਹੈ। ਧੀਆਂ ਪੁੱਤਰ ਨੇ, ਹਰ ਇੱਕ ਚੀਜ਼ ਨੂੰ ਧਨ ਹੀ ਕਾਊਂਟ ਕੀਤਾ ਜਾਂਦਾ, ਗਿਣਿਆ ਜਾਂਦਾ। ਕਿਸੇ ਕੋਲੇ 2-4 ਲੱਖ ਰੁਪਈਆ ਹੈ, 10 ਲੱਖ, 50 ਲੱਖ, ਕਰੋੜ ਰੁਪਈਆ ਹੈ, ਉਹ ਦੁਨਿਆਵੀ ਧਨ ਹੈ। ਇੱਕ ਨਾਮ ਧਨ, ਉਹ ਆ ਪ੍ਰਭੂ ਦੀ ਸਿਫਤ ਸਲਾਹ ਕਰਨੀ, ਨਿਤ ਨੇਮ ਕਰਨਾ, ਭਜਨ ਬੰਦਗੀ ਕਰਨੀ। ਦੁਨਿਆਵੀ ਧਨ ਆ ਜਿਹੜਾ ਸਾਧ ਸੰਗਤ ਜੀ, ਉਹ ਖਤਮ ਹੋ ਜਾਂਦਾ ਹੈ, ਚੋਰੀ ਹੋ ਜਾਂਦਾ ਹੈ, ਗਵਾਚ ਜਾਂਦਾ ਹੈ, ਜਾਂ ਸਰਕਾਰ ਉਸ ਨੂੰ ਬੰਦ ਕਰ ਦਿੰਦੀ ਹੈ। ਇਹ ਦੁਨਿਆਵੀ ਧਨ। ਤੇ ਜਿਹੜਾ ਨਾਮ ਧਨ ਆ ਨਾ ਸਾਧ ਸੰਗਤ ਜੀ, ਉਹ ਤਾਂ ਜੇ ਇੱਕ ਵਾਰੀ ਵੀ ਹਿਰਦੇ ਘਰ ਦੇ ਵਿੱਚ ਹੀ ਵਾਹਿਗੁਰੂ ਦਾ ਧਿਆਨ ਆ ਗਿਆ ਤਾਂ ਉਹ ਫਿਰ ਜਿਹੜਾ ਨਾਮ ਧਨ ਵਾਲਾ ਅਕਾਊਂਟ ਬੈਲੈਂਸ ਹੈ ਨਾ, ਉਹ ਵਧੀ ਜਾਣਾ ਹੈ, ਉਹ ਇਨਕਰੀਜ਼ ਹੋਈ ਜਾਣਾ ਹੈ, ਹੋਈ ਜਾਣਾ ਹੈ। ਜਿੰਨੀ ਵਾਰੀ ਤੁਸੀਂ ਰਸਨਾ ਤੋਂ ਵਾਹਿਗੁਰੂ 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 ਆਖੋਗੇ ਜਾਂ ਕੰਨਾਂ ਦੇ ਵਿੱਚ ਆਵਾਜ਼ ਪਏਗੀ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ, ਤਾਂ ਉਹ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਪਲੱਸ ਪਲੱਸ ਜੁੜੀ ਜਾਣਾ। ਉਹ ਨਾ ਤਾਂ ਗਵਾਚਣਾ ਹੈ, ਨਾ ਉਹ ਖਤਮ ਹੋਣਾ ਹੈ, ਕਿਉਂਕਿ ਉਹ ਖਤਮ ਨਹੀਂ ਹੁੰਦਾ, ਉਹ ਘਟਦਾ ਨਹੀਂ, ਉਹ ਹਮੇਸ਼ਾ ਵੱਧਦਾ। ਦੁਨਿਆਵੀ ਧਨ ਆ ਜਿਹੜਾ ਉਹ ਘਟੇਗਾ, ਪਰ ਨਾਮ ਧਨ ਆ ਉਹ ਵਧੇਗਾ, ਹਮੇਸ਼ਾ ਹੀ ਵਧੇਗਾ। ਤੇ ਹੋਰ ਇਹ ਚੋਰੀ ਨਹੀਂ ਹੋ ਸਕਦਾ, ਹੋਰ ਇਹ ਸਾਥ ਦਿੰਦਾ। ਦੁਨਿਆਵੀ ਧਨ ਆ ਜਿਹੜਾ ਉਹ ਦੁਨੀਆ ਦੇ ਤੌਰ ਤੇ ਮਾਤ ਲੋਕ ਤੇ ਹੀ ਸਾਡੀ ਸਹਾਇਤਾ ਕਰਦਾ ਏ, ਤੇ ਪਰਲੋਕ ਦੇ ਵਿੱਚ ਉਹ ਕਿਸੇ ਕੰਮ ਨਹੀਂ ਆਉਂਦਾ। ਪਰ ਨਾਮ ਧਨ ਸਾਧ ਸੰਗਤ ਜੀ ਇਹਾਂ ਉਹਾਂ ਰਖਵਾਲਾ, ਸੰਸਾਰ ਦੇ ਉੱਪਰ ਵੀ ਸਾਨੂੰ ਇੱਜ਼ਤ ਮਾਣ ਦਿਵਾਉਂਦਾ ਏ, ਤੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸਹਾਇਤਾ ਕਰਦਾ ਹੈ। ਸੰਤ ਜਨਾ ਸਿਉ ਸੰਗ ਪਾਈਐ ਵੱਡੇ ਪੁੰਨ ਚੰਗੇ ਭਾਗਾਂ ਦੇ ਨਾਲ। ਪਰ ਅਜਿਹੇ ਗੁਰਮੁਖਾਂ ਦੀ ਸੰਗਤ ਚੰਗੇ ਭਾਗਾਂ ਦੇ ਨਾਲ ਮਿਲਦੀ ਹੈ। 8 ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਹੁਣ ਕਿਹੜੇ ਗੁਰਮੁਖਾਂ ਦੀ ਸੰਗਤ ਦੀ ਗੱਲ ਮੇਰੇ ਪਾਤਸ਼ਾਹ ਨੇ ਕੀਤੀ ਆ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਇਹ ਨਾ ਜੈਤਸਰੀ ਕੀ ਵਾਰ ਕੀ 17ਵੀਂ ਪੌੜੀ ਹੈ, 17ਵਾਂ ਸਲੋਕ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕਲਯੁਗੀ ਜੀਵਾਂ ਨੂੰ ਉਧਾਰ ਦੇ ਵਾਸਤੇ ਬਖਸ਼ਿਸ਼ ਕਰਦੇ ਨੇ ਕਿ ਭਾਈ ਅਜਿਹੇ ਗੁਰਮੁਖਾਂ ਦੀ ਸੰਗਤ ਜਿਹੜੀ ਉਹ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਪਰ ਕਿਹੜੇ ਗੁਰਮੁਖਾਂ ਦੀ, ਕਿਹੋ ਜਿਹੇ ਗੁਰਮੁਖਾਂ ਦੀ ਪਾਤਸ਼ਾਹ ਗੱਲ ਕਰਦੇ ਨੇ? 8 ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਇਹ ਸੰਤ ਜਨ 8 ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ। ਅਜਿਹੇ ਗੁਰਮੁਖਾਂ ਦੀ ਸੰਗਤ ਬੜੇ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਸਾਧ ਸੰਗਤ ਜੀ ਸਿਰਫ ਉਹਨਾਂ ਮਨੁੱਖਾਂ ਨੂੰ, ਉਹਨਾਂ ਜੀਵਾਂ ਨੂੰ ਅਜਿਹੀਆਂ ਪਿਆਰ ਵਾਲੀਆਂ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜੀਆਂ ਰੁੱਝੀਆਂ ਰੂਹਾਂ ਦੇ ਦਰਸ਼ਨ ਹੁੰਦੇ ਨੇ, ਉਹਨਾਂ ਦਾ ਸਾਥ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਦੇ ਉੱਪਰ ਵੀ ਮਾਲਕ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਹੁਕਮ ਦੇ ਅਖਰੀ ਵਿਚਾਰ ਕਰਦਿਆਂ ਹੋਇਆਂ, ਬਾਣੀ ਪੜ੍ਹਦਿਆਂ ਹੋਇਆਂ ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਇਤਨੀਆਂ ਕੋ ਬੇਨਤੀਆਂ, ਇਤਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਗੱਜ ਕੇ ਫਤਿਹ ਬੁਲਾਓ ਜੀ, ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।